फिरत फिरत प्रभ आया, परया तव सरन आए। नानक की प्रभ बेनती, अपनी भगति लाए। एक मन पुरख ते आए बरदाता, संत सहार सदा बिख्याता। तास चरण ले हृदय बसावो, तव परम गुरु नानक गुण गावो। तास चरण ले हृदय बसावो, तव परम गुरु नानक गुण गावो। सतनाम श्री वाहिगुरु साहिब जीओ। पातशाही दसवीं त्वै प्रसाद, चलितर 65वां। चाओ पई रा इक राठ महोबे रहै, मृत सिंह जाको जग कहें। दक्षिण पैंड चलन नह देई, कूट लूट लोगन कह लेई। रा इक राठ महोबे रहै, मृत सिंह जाको जग कहें। दक्षिण पैंड चलन नह देई, कूट लूट लोगन कह लेई। गुरु प्यारी साध संगत जी, आप जी सरवण कर रहे हो। धन धन सतगुरु श्री गुरु गोबिंद सिंह साहिब जी की महान रचना, श्री दसम ग्रंथ साहिब जी की पावन गुरबाणी, श्री चरित्रोपाख्यान की लड़ीवार विचार। सतगुरु जी की किरपा दे नाल जो 64 चरित्र ਹਨ विचार सहित पूर्ण हो चुके ने। सो अज 65वें चरित्र की विचार सतगुरु जी की किरपा दे नाल करन की कोशिश करनी है। सो गरीब निवास सच्चे पातशाह बचन करते ने। चाओ पई रा इक राठ महोबे रहें, मृत सिंह जाको जग कहें। सतगुरु जी फरमाउंदे ने, वजीर ने चित्र सिंह राजे नूं जिवें ਉਹ ਇਸਤਰੀਆਂ ਦੇ ਵੱਖੋ ਵੱਖ ਚਰਿੱਤਰ ਜਿਹੜੇ ਹਨ ਸੁਣਾ ਰਿਹਾ ਹੈ। ਜਿੱਥੇ ਇਸਤਰੀਆਂ ਕਾਮ ਦੇ ਵਸ ਹੋ ਕੇ ਆਪਣੇ ਪਤੀ ਦੇ ਨਾਲ ਛਲ ਕਪਟ ਕਰਦੀਆਂ ਹਨ, ਧਰਮ ਦੀ ਮਰਿਆਦਾ ਨੂੰ ਤੋੜ ਦਿੰਦੀਆਂ ਹਨ। ਜਿੱਥੇ ਕਿ ਅਸੀਂ ਐਸੇ ਚਰਿੱਤਰ ਜਿਹੜੇ ਹਨ ਸਰਵਣ ਕੀਤੇ ਹਨ, ਉੱਥੇ ਕੁਝ ਪੁਰਸ਼ਾਂ ਦੇ ਚਰਿੱਤਰ ਸਰਵਣ ਕੀਤੇ ਨੇ ਕਿ ਉਹ ਕਾਮ ਦੇ ਵਸ ਹੋ ਕੇ ਆਪਣੀ ਪਤਨੀ ਦੇ ਨਾਲ ਛਲ ਕਪਟ ਕਰਦੇ ਨੇ। ਪਰ ਉੱਥੇ ਕੁਝ ਐਸੀਆਂ ਇਸਤਰੀਆਂ ਦੇ ਚਰਿੱਤਰ ਜਿਹੜੇ ਹਨ ਸਤਿਗੁਰੂ ਜੀ ਨੇ ਗੁਰਬਾਣੀ ਦੇ ਅੰਦਰ ਦਰਜ ਕੀਤੇ ਹਨ। ਚਰਿਤ੍ਰੋਪਾਖਿਆਨ ਦੀ ਗੁਰਬਾਣੀ ਵਿੱਚ ਇਸਤਰੀਆਂ ਦੀ ਬਹਾਦਰੀ ਦੇ। ਸੋ ਜਿਹੜਾ ਇਹ ਵੀ ਚਰਿੱਤਰ ਹੈ 65 ਨੰਬਰ ਵਾਲਾ, ਇਹਦੇ ਵਿੱਚ ਵੀ ਇੱਕ ਇਸਤਰੀ ਦੀ ਬਹਾਦਰੀ ਜਿਹੜੀ ਹੈ ਦਿਖਾਈ ਗਈ ਹੈ। ਸੋ ਵਜ਼ੀਰ ਚਿੱਤਰ ਸਿੰਘ ਰਾਜੇ ਨੂੰ ਇਸੇ ਲੜੀ ਤਹਿਤ ਹੀ ਅਗਲਾ ਚਰਿੱਤਰ ਜਿਹੜਾ ਹੈ ਉਹ ਸੁਣਾਉਂਦਾ ਹੋਇਆ ਆਖਣ ਲੱਗਾ, ਹੇ ਰਾਜਨ, ਇੱਕ ਰਾਜਪੂਤ ਲੁਟੇਰਾ ਜਿਸ ਦਾ ਨਾਮ ਸੀ ਮ੍ਰਿਤ ਸਿੰਘ ਤੇ ਮਹੋਬੇ ਨਾਂ ਦੇ ਨਗਰ ਦੇ ਵਿੱਚ ਰਿਹਾ ਕਰਦਾ ਸੀ। ਦਛਨ ਪੈਂਡ ਚਲਨ ਨਹਿ ਦੇਈ, ਕੂਟ ਲੂਟ ਲੋਗਨ ਕਹਿ ਲਈ। ਤੇ ਜਿਹੜਾ ਉਹ ਲੁਟੇਰਾ ਸੀ, ਰਾਜਪੂਤ ਲੁਟੇਰਾ, ਉਹ ਲੋਕਾਂ ਨੂੰ ਲੁੱਟ ਲੈਂਦਾ ਸੀ। ਰਾਹ ਦੇ ਵਿੱਚ ਆਉਂਦੇ ਜਾਂਦੇ ਰਾਹਗੀਰਾਂ ਨੂੰ ਉਹ ਚੱਲਣ ਨਹੀਂ ਦਿੰਦਾ ਸੀ। ਮਾਰ ਕੁੱਟ ਕਰਕੇ ਉਹਨਾਂ ਦੇ ਕੋਲੋਂ ਜੋ ਵੀ ਧਨ ਦੌਲਤ ਹੁੰਦਾ ਉਹ ਸਾਰਾ ਕੁਝ ਹੀ ਖੋਹ ਲੈਂਦਾ। ਜੋ ਲਿੰਡਿਆਏ ਤਿਹ ਕਉ ਤਨ ਲਿਆਵੈ, ਜੋ ਐਠੈ ਤਿਹ ਮਾਰ ਗਿਰਾਵੈ। ਉਹ ਲੁਟੇਰਾ ਜਿਹੜਾ ਸੀ ਰਾਜਪੂਤ, ਉਹ ਡਰਾਕਲ ਨੂੰ ਡਰਾ ਕੇ ਲੁੱਟ ਲੈਂਦਾ, ਪਰ ਜਿਹੜਾ ਉਹਦੇ ਅੱਗੇ ਆਕੜ ਦਾ
ਤਾਂ ਉਸਨੂੰ ਉਹ ਮਾਰ ਖਪਾ ਦਿੰਦਾ ਸੀ। ਲੂਟ ਲੂਟ ਸਭ ਹੀ ਕੋ ਲਈ, ਅਦ ਕਦਰਬ ਇਸਤਰੀ ਕੋ ਦੇਈ। ਤੇ ਇਸ ਤਰ੍ਹਾਂ ਉਹ ਸਾਰਿਆਂ ਨੂੰ ਹੀ ਲੁੱਟ ਲੈਂਦਾ ਸੀ ਤੇ ਸਾਰਾ ਧਨ ਜਿਹੜਾ ਸੀ ਉਹ ਲੁੱਟ ਕੇ ਲਿਆ ਕੇ ਆਪਣੀ ਇਸਤਰੀ ਨੂੰ ਫੜਾ ਦਿੰਦਾ ਸੀ। ਏਕ ਦਿਵਸ ਧਾਰਾ ਕੋ ਗਇਓ, ਸੂਰਮਾਨ ਸੰਗ ਭੇਟਾ ਭਇਓ। ਫਿਰ ਇੱਕ ਦਿਨ ਉਹ ਲੁਟੇਰਾ ਲੁੱਟਣ ਵਾਸਤੇ ਗਿਆ ਤਾਂ ਉਹਦਾ ਟਕਰਾਅ ਜਿਹੜਾ ਸੀ ਉਹ ਸੂਰਮੇ ਦੇ ਨਾਲ ਹੋ ਗਿਆ, ਜੋ ਬੜੇ ਹੀ ਬਹਾਦਰ ਸਨ, ਦਲੇਰੀ ਵਾਲੇ ਸਨ। ਹੈ ਦੁਰਾਏ ਚਲਤ ਗਿਰ ਪਰਿਓ, ਤਬ ਤੇ ਨਿਆਨ ਸੂਰਮਨ ਧਰਿਓ। ਤੇ ਉਹਨਾਂ ਸੂਰਮੇ ਦੇ ਕੋਲੋਂ ਡਰਦਾ ਹੋਇਆ ਜਿਹੜਾ ਲੁਟੇਰਾ ਸੀ ਰਾਜਪੂਤ, ਇਹ ਘੋੜਾ ਭਜਾਉਂਦੇ ਸਮੇਂ ਇਸਨੇ ਆਪਣਾ ਘੋੜਾ ਭਜਾਇਆ ਕਿ ਮੈਂ ਇਹਨਾਂ ਦੇ ਕੋਲੋਂ ਦੌੜ ਜਾਵਾਂ, ਨੱਸ ਜਾਵਾਂ, ਆਪਣਾ ਆਪ ਬਚਾ ਕੇ। ਪਰ ਆਖਰ ਘੋੜਾ ਭਜਾਉਂਦੇ ਹੋਏ ਇਹ ਘੋੜੇ ਉਤੋਂ ਡਿੱਗ ਪਿਆ ਤੇ ਜਿਹੜੇ ਉਹ ਸੂਰਮੇ ਸਨ ਉਹਨਾਂ ਨੇ ਆ ਕੇ ਫਿਰ ਇਹਨੂੰ ਫੜ ਲਿਆ। ਦੋਹਰਾ ਬਾਂਧ ਕਾਲ ਪੀ ਲੈ ਗਏ, ਤਾਹੇ ਹਨਨ ਕੇ ਪਹਾਏ। ਤੇ ਉਹ ਸੂਰਮੇ ਜਿਹੜੇ ਸਨ ਉਹ ਰਾਜਪੂਤ ਲੁਟੇਰੇ ਨੂੰ ਬੰਨ ਕੇ ਕਾਲਪੀ ਨਗਰ ਵਿੱਚ ਮਾਰਨ ਵਾਸਤੇ ਲੈ ਕੇ ਗਏ। ਤਨਕ ਭਨਕ ਸੁਨ ਤਿਹ ਤਰਿਆ, ਤਾਹਾਂ ਪਹੁੰਚੀ ਆਏ। ਤੇ ਇਸ ਗੱਲ ਦਾ ਪਤਾ ਲੱਗਦਿਆਂ ਹੀ ਕਿ ਮੇਰੇ ਪਤੀ ਨੂੰ ਕੁਝ ਸੂਰਮੇ ਜਿਹੜੇ ਹਨ ਉਹ ਫੜ ਕੇ ਮਾਰਨ ਵਾਸਤੇ ਲੈ ਕੇ ਗਏ ਨੇ, ਤਾਂ ਉਹਦੀ ਇਸਤਰੀ ਤੇ ਇਸ ਗੱਲ ਦਾ ਪਤਾ ਚੱਲਦਾ ਹੈ ਤਾਂ ਉਹ ਉਸੇ ਵੇਲੇ ਆਪਣੇ ਪਤੀ ਨੂੰ ਬਚਾਉਣ ਵਾਸਤੇ ਪਹੁੰਚੀ। ਚਾਓ ਪਈ ਚੁਨ ਚੁਨ ਗੋਬਰ ਹੈ ਪਰ ਧਰੈ, ਕਾਹੂ ਕੀ ਸ਼ੰਕਾ ਨਹਿ ਕਰੈ। ਉਸਨੇ ਕੀ ਕੀਤਾ ਕਿ ਗੋਹੇ ਚੁੱਗ ਕੇ ਤੇ ਆਪਣੇ ਘੋੜੇ ਉੱਪਰ ਲੱਦ ਲਏ ਤਾਂ ਕਿ ਕਿਸੇ ਨੂੰ ਉਹ ਸ਼ੰਕਾ ਨਾ ਹੋਵੇ ਕਿ ਇਹ ਕਿੱਥੇ ਜਾ ਰਹੀ ਹੈ ਤੇ ਕਿਸ ਕੰਮ ਵਾਸਤੇ। ਪਤ ਕਹੋ ਬੱਧ ਨਾ ਹੋਏ ਇਉਂ ਤਹਾਈ, ਇਹ ਮਿਸ ਨਿਕਟ ਪਹੁੰਚੀ ਆਈ। ਤੇ ਫਿਰ ਉਸਨੇ ਬੜੀ ਜ਼ੋਰ ਦੇ ਨਾਲ ਘੋੜਾ ਭਜਾਇਆ ਤਾਂ ਕਿ ਕਿਤੇ ਦੇਰੀ ਹੋ ਜਾਣ ਕਾਰਨ ਪਤੀ ਦਾ ਕਤਲ ਨਾ ਹੋ ਜਾਵੇ। ਇਸ ਪ੍ਰਕਾਰ ਉਹ ਕੁਝ ਸਮੇਂ ਦੇ ਵਿੱਚ ਹੀ ਉਸ ਨਗਰ ਦੇ ਵਿੱਚ ਆ ਪਹੁੰਚੀ ਜਿੱਥੇ ਕਿ ਉਹ ਸੂਰਮੇ ਦੇ ਪਤੀ ਨੂੰ ਮਾਰਨ ਵਾਸਤੇ ਲੈ ਕੇ ਆਏ ਹੋਏ ਸੀ। ਦੋਹਰਾ ਚਟਕ ਬਾਹਾਂ ਤੇ ਨਿਜ ਪਤਹੇ ਹੈ ਪਰ ਲਿਓ ਚਰਾਏ, ਤਾਹੀ ਕਉ ਅਸਸ਼ੀਨ ਕੈ ਤਾਹੇ ਚੰਡਾਰੇ ਘਾਏ। ਤੇ ਉਹਦੀ ਇਸਤਰੀ ਨੇ, ਰਾਜਪੂਤ ਲੁਟੇਰੇ ਦੀ ਇਸਤਰੀ ਨੇ, ਜਿਹੜਾ ਉਹਦੇ ਪਤੀ ਨੂੰ ਬੰਨਣ ਵਾਲਾ ਚੰਡਾਲ ਸੀ, ਉਹਦੀ ਕਿਰਪਾਨ ਖੋਹ ਕੇ ਤੇ ਚੰਡਾਲ ਨੂੰ ਉਸਦੀ ਕਿਰਪਾਨ ਨਾਲ ਹੀ ਮਾਰ ਦਿੱਤਾ ਤੇ ਬਾਂਹ ਦਾ ਝਟਕਾ ਮਾਰ ਕੇ ਆਪਣੇ ਪਤੀ ਨੂੰ ਘੋੜੇ ਤੇ ਚੜਾ ਲਿਆ ਤੇ ਨਾਲ ਉਸਨੂੰ ਭਜਾ ਕੇ ਲੈ ਗਈ। ਚਾਓ ਪਈ ਜਬ ਨਿਸਵਾਰ ਪਹੁੰਚਿਓ ਤੇ ਮਾਰਿਓ, ਏਕੈ ਬਾਣ ਮਾਰ ਹੀ ਡਹਰਿਓ। ਤੇ ਜਿਹੜਾ ਵੀ ਸਵਾਰ ਉੱਥੇ ਪਹੁੰਚਿਆ ਤੇ ਉਸਨੇ ਉਹਨੂੰ ਮਾਰ ਦਿੱਤਾ। ਰਸਤੇ ਵਿੱਚ ਜੋ ਵੀ ਰੋਕਣ ਵਾਸਤੇ ਆਉਂਦਾ ਸੀ, ਮੁਕਾਬਲਾ ਕਰਨ ਵਾਸਤੇ ਆਉਂਦਾ, ਤੇ ਇਸਤਰੀ ਸਭ ਨੂੰ ਹੀ ਮਾਰ ਖਪਾਈ ਜਾਂਦੀ ਸੀ। ਇੱਕੋ ਤੀਰ ਦੇ ਨਾਲ ਹੀ ਉਹ ਦੁਸ਼ਮਣ ਨੂੰ ਵਿੰਨ ਕੇ ਮਾਰ ਦਿੰਦੀ ਸੀ। ਕਾਹੂ ਤੇ ਚੇਤ ਜਰਤ ਨ ਪਹੀ, ਨਿਜ ਪਤ ਲੈ ਪੁਰਵਾ ਕਹਿ ਗਈ। ਤੇ ਆਪਣੇ ਮਨ ਦੇ ਵਿੱਚ ਕਿਸੇ ਤੋਂ ਵੀ ਘਬਰਾਈ ਨਹੀਂ ਤੇ ਆਪਣੇ ਪਤੀ ਨੂੰ ਨਾਲ ਲੈ ਕੇ ਆਪਣੇ ਨਗਰ ਦੇ ਵਿੱਚ ਵਾਪਸ ਆ ਗਈ। ਸੋ ਇਸ ਪ੍ਰਕਾਰ ਚਰਿੱਤਰ ਦੀ ਸਮਾਪਤੀ ਕਰਦੇ ਹੋਏ ਸਾਹਿਬ ਜੀ ਫਰਮਾਉਂਦੇ ਹਨ ਕਿ ਇਤ ਸ਼੍ਰੀ ਚਰਿੱਤਰ ਪਖਿਆਨੇ, ਤ੍ਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ, 65ਵਾਂ ਚਰਿੱਤਰ ਸਮਾਪਤਮ ਸਤ ਸੁਭਮ ਸਤ ਅਫਜੂ। ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਇਸ ਪ੍ਰਕਾਰ ਚਰਿੱਤਰ ਪਖਿਆਨ ਦਾ ਤ੍ਰਿਆ ਚਰਿੱਤਰ ਦਾ ਵਜ਼ੀਰ ਤੇ ਰਾਜੇ ਦੀ ਆਪਸੀ ਵਾਰਤਾਲਾਪ ਦਾ ਜੋ 65ਵਾਂ ਚਰਿੱਤਰ ਹੈ ਉਹ ਸ਼ੁਭ ਸੰਪੂਰਨ ਹੁੰਦਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਸੇ ਸ਼੍ਰੀ ਚਰਿੱਤਰ ਪਾਖਿਆਨ ਦੀ ਪਾਵਨ ਗੁਰਬਾਣੀ ਦੇ 65ਵੇਂ ਚਰਿੱਤਰ ਦੀ ਵਿਚਾਰ ਜੋ ਆਪ ਜੀ ਨੇ ਸਰਵਣ ਕੀਤੀ ਹੈ ਅਤੇ ਸਤਿਗੁਰੂ ਮਹਾਰਾਜ ਨੇ ਆਪ ਮਿਹਰ ਕਰਕੇ ਜਿਸ ਦੀ ਵਿਚਾਰ ਕਰਵਾਈ ਹੈ। ਸੋ ਪਿਆਰੀ ਸਾਧ ਸੰਗਤ ਜੀਓ, ਇਸ ਚਰਿੱਤਰ ਦੇ ਵਿੱਚ ਸਤਿਗੁਰੂ ਜੀ ਨੇ ਇੱਕ ਇਸਤਰੀ ਦੀ ਬਹਾਦਰੀ ਦਾ ਪ੍ਰਸੰਗ ਖੋਲ ਕਰਕੇ ਦਰਸਾਇਆ ਹੈ ਕਿ ਕਿਵੇਂ ਜਦ ਕਿਸੇ ਪਤੀ ਦੇ ਉੱਪਰ ਕੋਈ ਵਿਪਤਾ ਬਣ ਗਈ ਤਾਂ ਆਪਣੇ ਪਤੀ ਦਾ ਬਚਾਅ ਉਸਨੇ ਕਿਵੇਂ ਕੀਤਾ।
ਦੁਸ਼ਮਣਾਂ ਤੋਂ ਬਿਲਕੁਲ ਵੀ ਡਰੀ ਨਹੀਂ। ਬੜੀ ਹੀ ਨਿਡਰਤਾ ਦੇ ਨਾਲ ਉਸਨੇ ਆਪਣੇ ਪਤੀ ਨੂੰ ਬਚਾ ਲਿਆ। ਸੋ ਇਸ ਚਰਿੱਤਰ ਤੋਂ ਸਤਿਗੁਰੂ ਜੀ ਸਾਨੂੰ ਇਹੀ ਸਿੱਖਿਆ ਪ੍ਰਦਾਨ ਕਰਦੇ ਹਨ ਕਿ ਆਮ ਤੌਰ ਤੇ ਇਹੀ ਵਿਉਂਤ ਹੁੰਦੀ ਹੈ, ਸਾਡੇ ਮਨ ਦੀ ਧਾਰਾ ਵੀ ਇਹੀ ਹੁੰਦੀ ਹੈ। ਸਮਾਜ ਦੇ ਆਮ ਲੋਕਾਂ ਦੀ ਵਿਚਾਰ ਕੀ ਹੁੰਦੀ ਹੈ, ਜੇਕਰ ਇਸਤਰੀ ਵਿਪਤਾ ਦੇ ਵਿੱਚ ਹੈ ਤਾਂ ਮਰਦ ਹੀ ਉਸਨੂੰ ਬਚਾਵੇਗਾ। ਜੇਕਰ ਮਰਦ ਇਸ ਪ੍ਰਕਾਰ ਮੁਸੀਬਤ ਵਿੱਚ ਆ ਜਾਵੇ ਉਹਦਾ ਬਚਾਅ ਔਰਤ ਕਰੇ, ਇਹ ਬਹੁਤ ਘੱਟ ਵਾਰ ਹੁੰਦਾ ਹੈ। ਪਰ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਖਾਲਸੇ ਨੂੰ ਇਸੇ ਹੀ ਸੋਚ ਦਾ ਧਾਰਨੀ ਬਣਾਇਆ ਹੈ ਕਿ ਮਰਦ ਅਤੇ ਇਸਤਰੀ ਇਹ ਦੋਹਾਂ ਨੂੰ ਹੀ ਇੱਕੋ ਜਿਹੀ ਹੀ ਬਖਸ਼ਿਸ਼ ਹੈ, ਕੋਈ ਕਿਸੇ ਦੇ ਨਾਲੋਂ ਘੱਟ ਨਹੀਂ। ਜੇਕਰ ਇਸਤਰੀ ਦੇ ਉੱਪਰ ਬਿਪਤਾ ਬਣੀ ਹੈ ਤਾਂ ਪਤੀ ਉਹਦਾ ਬਚਾਅ ਕਰ, ਜੇਕਰ ਪਤੀ ਉੱਪਰ ਬਿਪਤਾ ਹੈ ਤਾਂ ਇਸਤਰੀ ਬਚਾਅ ਕਰੇ। ਇਹ ਨਹੀਂ ਕਿ ਮੈਂ ਇੱਕ ਇਸਤਰੀ ਹਾਂ ਤਾਂ ਮੈਂ ਕੁਝ ਕਰ ਨਹੀਂ ਸਕਦੀ। ਇਸ ਚਰਿੱਤਰ ਤੋਂ ਸਤਿਗੁਰੂ ਜੀ ਨੇ ਸਾਨੂੰ ਇਹੀ ਮਹਾਨ ਸਿੱਖਿਆ ਪ੍ਰਦਾਨ ਕੀਤੀ ਹੈ। ਕਿਤੇ ਐਸਾ ਸਮਾਂ ਬਣ ਜਾਵੇ, ਮੁਸ਼ਕਲ ਦਾ ਸਮਾਂ ਬਣ ਜਾਵੇ ਕਿ ਸਾਡਾ ਪਰਿਵਾਰ ਤੇ ਵਿਪਤਾ ਆਣ ਪਵੇ, ਜਾਂ ਸਾਡੇ ਜੀਵਨ ਸਾਥੀ ਉੱਪਰ ਕੋਈ ਵਿਪਤਾ ਆਣ ਪਵੇ, ਜਾਂ ਸਮਾਜ ਵਿਚਰਦਿਆਂ ਹੋਇਆਂ ਕੋਈ ਸਾਡੇ ਰਿਸ਼ਤੇਦਾਰ, ਸਾਕ ਸੰਬੰਧੀ ਆਸੇ ਪਾਸੇ ਵਿੱਚ ਐਸੇ ਲੋਕ ਜਿਨ੍ਹਾਂ ਨੂੰ ਅਸੀਂ ਜਾਣਦੇ ਵੀ ਨਾ ਹੋਈਏ, ਉਹਨਾਂ ਦੇ ਉੱਪਰ ਵਿਪਤਾ ਆਣ ਪਵੇ ਤੇ ਐਸੀ ਮੁਸ਼ਕਿਲ ਦੀ ਘੜੀ ਵਿੱਚ ਘਬਰਾਉਣਾ ਨਹੀਂ, ਸਗੋਂ ਨਿਡਰ ਹੋ ਕੇ ਆਪਣੇ ਸਤਿਗੁਰਾਂ ਦੇ ਬਚਨਾਂ ਨੂੰ ਯਾਦ ਕਰਦੇ ਹੋਏ ਉਹ ਦੁਸ਼ਮਣ ਦੀ ਖਾਤਰ, ਜ਼ੁਲਮ ਦੀ ਖਾਤਰ ਡਟ ਜਾਣਾ ਹੈ, ਨਿਡਰ ਹੋ ਕੇ ਡਟ ਜਾਣਾ ਹੈ। ਕਿਉਂਕਿ ਇਹ ਪ੍ਰਸੰਗ ਜਿਹੜਾ ਸੀ ਇਹ ਤਾਂ ਹੈ ਤਾਂ ਇੱਕ ਲੁਟੇਰੇ ਦਾ ਸੀ ਕਿ ਲੁਟੇਰਾ ਉਹ ਲੋਕਾਂ ਦੀ ਲੁੱਟ ਮਾਰ ਕਰਦਾ ਸੀ, ਪਰ ਉਹਦੀ ਪਤਨੀ ਨੇ ਫਿਰ ਵੀ ਉਸਨੂੰ ਬਚਾਇਆ। ਪਰ ਇਹਦਾ ਮਤਲਬ ਇਹ ਨਹੀਂ ਕਿ ਕੋਈ ਸਤਿਗੁਰੂ ਮਹਾਰਾਜ ਇਸ ਲੁਟੇਰੇ ਦੀ ਕੋਈ ਹਮਾਇਤ ਕਰਦੇ ਪਏ ਹਨ। ਸਿਰਫ ਗੁਰੂ ਸਾਹਿਬ ਨੇ ਪ੍ਰਸੰਗ ਖੋਲ ਕੇ ਦਰਸਾਇਆ ਹੈ ਕਿ ਉਹਦੀ ਪਤਨੀ ਨੇ ਆਪਣੇ ਪਤੀ ਨੂੰ ਕਿਵੇਂ ਵਿਪਤਾ ਦੇ ਵਿੱਚੋਂ ਕਿਵੇਂ ਬਚਾਇਆ। ਅਸੀਂ ਇਸ ਚਰਿੱਤਰ ਤੋਂ ਕੇਵਲ ਜੋ ਸਿੱਖਿਆ ਸਾਨੂੰ ਮਿਲ ਰਹੀ ਹੈ ਉਸ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ ਹੈ। ਕਿਉਂਕਿ ਜਿਹੜੇ ਇਸ ਪ੍ਰਕਾਰ ਲੁਟੇਰੇ ਬਣ ਕਰਕੇ ਧਨ ਮਾਲ ਲੁੱਟਦੇ ਹਨ, ਉਹਨਾਂ ਦੇ ਪ੍ਰਥਾਏ ਤਾਂ ਸਤਿਗੁਰੂ ਮਹਾਰਾਜ ਜੀ ਗੁਰਬਾਣੀ ਦੇ ਵਿੱਚ ਵੀ ਸਮਝਾਉਣਾ ਕਰਦੇ ਨੇ ਕਿ ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਧਾਰਾ ਪਹਿ ਆਨ ਲੁਟਾਵੈ। ਕਿ ਮਨੁੱਖ ਜਿਹੜਾ ਹੈ ਬੜੇ ਵੱਲ ਛਲ ਕਰਕੇ ਧਨ ਮਾਲ ਚੁਰਾ ਕੇ, ਠੱਗੀਆਂ ਮਾਰ ਕੇ, ਲੁੱਟ ਕੇ ਲਿਆਉਂਦਾ ਹੈ ਤੇ ਆਪਣੀ ਇਸਤਰੀ ਪੁੱਤਰ ਦੇ ਉੱਪਰ ਲੈ ਕੇ ਲਟਾਉਂਦਾ ਹੈ। ਪਰ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਮਨ ਮੇਰੇ ਭੂਲੇ ਕਪਟ ਨ ਕੀਜੈ, ਅੰਤਨ ਮੇਰਾ ਤੇਰੇ ਜੀ ਪਹਿਲੀਜੈ। ਕਿ ਇਹ ਮਨੁੱਖ, ਇਹ ਭੁੱਲੇ ਹੋਏ ਮਨ, ਤੂੰ ਛਲ ਕਪਟ ਨਾ ਕਰ, ਤੂੰ ਠੱਗੀਆਂ ਨਾ ਮਾਰ, ਕਿਉਂਕਿ ਅੰਤ ਵੇਲੇ ਬੇੜਾ ਜਿਹੜਾ ਹੈ ਉਹ ਤੇਰੀ ਜਿੰਦ ਦੇ ਕੋਲੋਂ ਲਿਆ ਜਾਣਾ ਹੈ। ਤੇਰੀ ਥਾਂ ਤੇ ਤੇਰੀ ਘਰ ਵਾਲੀ ਨੇ ਜਾਂ ਤੇਰੇ ਧੀਆਂ ਪੁੱਤਰਾਂ ਨੇ, ਉਸ ਸਮੇਂ ਜਿਨ੍ਹਾਂ ਦੀ ਖਾਤਰ ਤੂੰ ਠੱਗੀਆਂ ਮਾਰਦਾ ਰਿਹਾ, ਜਿਨ੍ਹਾਂ ਦੀ ਖਾਤਰ ਤੂੰ ਬੁਰੇ ਕਰਮ ਕਰਦਾ ਰਿਹਾ, ਉਹਨਾਂ ਨੇ ਤੇਰਾ ਉਸ ਵੇਲੇ ਸਾਥ ਨਹੀਂ ਨਿਭਾਉਣਾ ਤਾਂ ਤੇਰੇ ਥਾਂ ਤੇ ਆ ਕੇ ਤੇਰੀ ਕੋਈ ਸਜ਼ਾ ਨਹੀਂ ਭੁਗਤਣੀ। ਉਹ ਲੇਖੇ ਤੇਰੀ ਜਿੰਦ ਦੇ ਕੋਲ ਲਈ ਜਾਣੇ ਹਨ। ਇਸ ਕਰਕੇ ਆਪਣੇ ਜੀਵਨ ਦੇ ਵਿੱਚ ਸ਼ੁਭ ਕਰਮ ਕਰ। ਸੋ ਬਾਕੀ ਰਹਿੰਦੀ ਵਿਚਾਰ ਇਹ ਹੈ ਕਿ ਚਰਿੱਤਰ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਜੋ ਸਿੱਖਿਆ ਇਸ ਚਰਿੱਤਰ ਤੋਂ ਸਾਨੂੰ ਮਿਲ ਰਹੀ ਹੈ, ਅਸੀਂ ਕੇਵਲ ਉਸ ਸਿੱਖਿਆ ਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਨਾ ਹੈ। ਕਿ ਸਤਿਗੁਰੂ ਮਹਾਰਾਜ ਜੀ ਜੋ ਚਰਿੱਤਰ ਉਚਾਰਨ ਕਰ ਰਹੇ ਹਨ ਉਹ ਕਿਸ ਸਿਧਾਂਤ ਦੇ ਪ੍ਰਥਾਏ ਹੈ, ਉਹ ਸਿਧਾਂਤ ਨੂੰ ਆਪਣੇ ਜੀਵਨ ਦੇ ਵਿੱਚ ਸਤਿਗੁਰੂ ਜੀ ਕਿਰਪਾ ਕਰਨ ਕਿ ਅਸੀਂ ਅਮਲੀ ਰੂਪ ਦੇ ਵਿੱਚ ਕਮਾ ਸਕੀਏ, ਤਾਂ ਕਿ ਸਤਿਗੁਰੂ ਮਹਾਰਾਜ ਦੀ ਸੱਚੀਆਂ ਖੁਸ਼ੀਆਂ ਦੇ ਪਾਤਰ ਬਣ ਸਕੀਏ। ਸੋ ਗੁਰੂ ਪਿਆਰੀ ਸਾਧ ਸੰਗਤ ਦੀ ਇਤਨੀਆਂ ਬੇਨਤੀਆਂ ਪ੍ਰਵਾਨ ਕਰਨਾ ਜੀ। ਗੁਰਬਾਣੀ ਦੀ ਗੁਰਮਤਿ ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਸਤਿਗੁਰੂ ਦੀ ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਗੁਰੂ ਸਾਹਿਬ ਅੱਗੇ ਤੋਂ ਸਮਤ ਬਖਸ਼ਣ ਤਾਂ ਕਿ ਸੱਜੇ ਢੰਗ ਦੇ ਨਾਲ ਗੁਰਬਾਣੀ ਦੀਆਂ ਗੁਰਮਤਿ ਵਿਚਾਰਾਂ ਕਰ ਸਕੀਏ। ਸੋ ਅੰਤ ਵਿੱਚ ਬੜੇ ਪਿਆਰ ਦੇ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।